ਚਲੋ ਹੁਣ ਉਸਦੀ ਕੁਝ ਐਕਸਰਸਾਈਜ਼ਸ ਆਪਾਂ ਕਰਦੇ ਹਾਂ। ਅਬਦੁਲ ਹਮੀਦ ਚੈਪਟਰ 1 ਨਿਊ ਵਰਡਸ ਫਰੇਜ਼ਿਸ ਐਂਡ ਦੇਅਰ ਯੂਜ਼, ਨਵੇਂ ਸ਼ਬਦ ਅਤੇ ਉਹਨਾਂ ਦੀ ਵਰਤੋਂ। ਯੂਜ਼ ਮਤਲਬ ਵਰਤੋਂ। ਅ ਗੁੱਡ ਸ਼ਾਟ, ਗੁੱਡ ਸ਼ਾਟ ਆਪਾਂ ਪਹਿਲਾਂ ਵੀ ਲੈਸਨ ਦੇ ਦੌਰਾਨ ਚੈਪਟਰ ਦੇ ਦੌਰਾਨ ਡਿਸਕਸ ਕੀਤਾ। ਗੁੱਡ ਸ਼ਾਟ ਦਾ ਮਤਲਬ ਅੱਛਾ ਨਿਸ਼ਾਨਚੀ। ਵਨ ਹੂ ਕੈਨ ਸ਼ੂਟ ਐਟ ਐਨੀ ਟਾਰਗੇਟ ਸਕਸੈਸਫੁਲੀ, ਜੋ ਕਿਸੇ ਵੀ ਨਿਸ਼ਾਨੇ 'ਤੇ ਕਿਸੇ ਵੀ ਟੀਚੇ 'ਤੇ ਸਫਲਤਾਪੂਰਵਕ ਨਿਸ਼ਾਨਾ ਲਗਾ ਸਕੇ, ਉਸਨੂੰ ਆਪਾਂ ਕੀ ਕਹਾਂਗੇ? ਅ ਗੁੱਡ ਸ਼ਾਟ। ਤੇ ਇਸ ਦੀ ਸੈਂਟੈਂਸ ਕੀ ਬਣੇਗਾ, ਇਸ ਦਾ ਵਾਕ ਕੀ ਬਣੇਗਾ? ਹੀ ਇਜ਼ ਸੱਚ ਅ ਗੁੱਡ ਸ਼ਾਟ ਡੈਟ ਹੀ ਹਾਰਡਲੀ ਮਿਸਿਜ਼ ਹਿਜ਼ ਏਮ, ਉਹ ਇੰਨਾ ਅੱਛਾ ਨਿਸ਼ਾਨਚੀ ਹੈ ਕਿ ਉਹ ਕਦੇ ਹੀ ਆਪਣੇ ਨਿਸ਼ਾਨੇ ਨੂੰ ਮਿਸ ਕਰਦਾ ਹੈ, ਨਿਸ਼ਾਨੇ ਤੋਂ ਚੂਕਦਾ ਹੈ। ਸੋ ਇਸੇ ਤਰ੍ਹਾਂ ਦੂਜਾ ਕੰਟੀਨਿਊਲੀ ਵੀ ਆਪਾਂ ਲੈਸਨ ਦੇ ਦੌਰਾਨ ਡਿਸਕਸ ਕੀਤਾ, ਪੜ੍ਹਿਆ ਤੇ ਔਖੇ ਸ਼ਬਦਾਂ ਵਿੱਚ ਵੀ ਲਿਖਿਆ ਹੋਇਆ ਸੀ। ਕੰਟੀਨਿਊਲੀ ਦਾ ਮਤਲਬ ਲਗਾਤਾਰ, ਕੰਟੀਨਿਊਸਲੀ ਵਿਦ ਸ਼ਾਰਟ ਬ੍ਰੇਕਸ ਓਵਰ ਅ ਲੌਂਗਰ ਪੀਰੀਅਡ ਆਫ ਟਾਈਮ, ਮਤਲਬ ਜਦੋਂ ਕੋਈ ਚੀਜ਼ ਆਪਾਂ ਥੋੜ੍ਹਾ ਰੁਕ ਕੇ ਕੋਈ ਚੀਜ਼ ਲਗਾਤਾਰ ਲੰਬੇ ਸਮੇਂ ਵਾਸਤੇ ਕਰਦੇ ਹਾਂ ਤਾਂ ਉਹਨੂੰ ਕੰਟੀਨਿਊਲੀ ਕਿਹਾ ਜਾਏ। ਇਟ ਹੈਜ਼ ਬਿਨ ਰੇਨਿੰਗ ਕੰਟੀਨਿਊਲੀ ਆਲ ਦਿਸ ਵੀਕ, ਪੂਰਾ ਹਫਤਾ ਲਗਾਤਾਰ ਬਾਰਿਸ਼ ਹੋ ਰਹੀ ਸੀ। ਠੀਕ ਹੈ। ਸੋ ਇਸ 'ਚ ਕੁਛ ਹੋਰ ਔਖੇ ਸ਼ਬਦ ਤੁਹਾਨੂੰ ਸੁਣਨ ਨੂੰ ਮਿਲੇ ਹੈ। ਟਾਰਗੇਟ, ਟੀਚਾ, ਸਕਸੈਸਫੁਲੀ, ਸਫਲਤਾਪੂਰਵਕ। ਇਹ ਔਖੇ ਸ਼ਬਦ ਹੀ ਤੁਸੀਂ ਆਪਣੀ ਕਾਪੀਆਂ 'ਚ ਨੋਟ ਕਰਿਓ ਬੱਚਿਓ। ਆਓ ਅੱਗੇ ਵਧੀਏ। ਕਰੈਕ ਸ਼ਾਟ ਵੀ ਆਪਾਂ ਲੈਸਨ ਦੇ ਦੌਰਾਨ ਕਾਫੀ ਵਾਰ ਡਿਸਕਸ ਕੀਤਾ। ਕਰੈਕ ਸ਼ਾਟ ਅੱਛਾ ਨਿਸ਼ਾਨਚੀ, ਐਕੂਰੇਟ ਐਂਡ ਸਕਿਲਡ ਐਟ ਸ਼ੂਟਿੰਗ। ਐਕੂਰੇਟ ਦਾ ਮਤਲਬ ਸਟੀਕ, ਸਕਿਲਡ ਦਾ ਮਤਲਬ ਹੁਨਰਮੰਦ। ਜੋ ਨਿਸ਼ਾਨਾ ਲਗਾਉਣ ਵਿੱਚ ਸਟੀਕ ਅਤੇ ਹੁਨਰਮੰਦ ਹੋਵੇ ਉਸਨੂੰ ਆਪਾਂ ਕਰੈਕ ਸ਼ਾਟ ਕਹਾਂਗੇ। ਅਬਦੁਲ ਹਮੀਦ ਵਾਜ਼ ਅ ਕਰੈਕ ਸ਼ਾਟ ਐਂਡ ਕਿਲਡ ਮੈਨੀ ਐਨੀਮੀ ਸੋਲਜਰਸ। ਹੁਣ ਇਹ ਲੈਸਨ ਪੜ੍ਹਨ ਤੋਂ ਬਾਅਦ ਮੈਨੂੰ ਲੱਗਦਾ ਹੈ ਇਹ ਜੋ ਸੈਂਟੈਂਸ ਹੈ, ਜੋ ਵਾਕ ਹੈ, ਤੁਹਾਨੂੰ ਅੱਛੀ ਤਰ੍ਹਾਂ ਸਮਝ ਆ ਰਿਹਾ ਹੋਵੇਗਾ, ਇਸ ਕਰਕੇ ਇਹਨੂੰ ਜ਼ਿਆਦਾ ਸਮਝਾਉਣ ਦੀ ਲੋੜ ਮੈਂ ਨਹੀਂ ਸਮਝਦਾ। ਅਬਦੁਲ ਹਮੀਦ ਵਾਜ਼ ਅ ਕਰੈਕ ਸ਼ਾਟ ਐਂਡ ਕਿਲਡ ਮੈਨੀ ਐਨੀਮੀ ਸੋਲਜਰਸ। ਠੀਕ ਹੈ। ਚਲੋ 4 ਨੰਬਰ ਟੂ ਲੂਜ਼ ਹਾਰਟ, ਇਹ ਵੀ ਆਪਾਂ ਲੈਸਨ ਦੇ ਦੌਰਾਨ ਅਸੀਂ ਡਿਸਕਸ ਕੀਤਾ। ਲੂਜ਼ਿੰਗ ਹਾਰਟ ਇਜ਼ ਹੌਸਲਾ ਹਾਰਨਾ, ਜਿਵੇਂ ਕਿ ਅਬਦੁਲ ਹਮੀਦ ਜ਼ਖਮੀ ਹੋਣ ਤੋਂ ਬਾਅਦ ਵੀ ਹੌਸਲਾ ਨਹੀਂ ਸੀ ਹਾਰਿਆ। ਸੋ ਇੱਥੇ ਇਹਦਾ ਸੈਂਟੈਂਸ ਕੀ ਬਣੇਗਾ? ਯੂ ਮਸਟ ਟਰਾਈ ਅਗੇਨ, ਤੁਹਾਨੂੰ ਵਾਰ-ਵਾਰ ਕੋਸ਼ਿਸ਼ ਕਰਨੀ ਚਾਹੀਦੀ ਹੈ। ਐਂਡ ਨਾਟ ਲੂਜ਼ ਹਾਰਟ ਐਟ ਯੋਰ ਫੇਲੀਅਰ, ਅਤੇ ਕਿਸੇ ਵੀ ਫੇਲੀਅਰ, ਕਿਸੇ ਵੀ ਨਾਕਾਮਯਾਬੀ 'ਤੇ ਹੌਸਲਾ ਨਹੀਂ ਹਾਰਨਾ ਚਾਹੀਦਾ। ਸੋ ਇਹ ਕੁਛ ਹੋਰ ਔਖੇ ਸ਼ਬਦ: ਐਕੂਰੇਟ, ਸਟੀਕ, ਸਕਿਲਡ, ਹੁਨਰਮੰਦ, ਡਿਸਕਰੇਜਡ, ਨਿਰਉਤਸ਼ਾਹਿਤ। ਡਿਸਕਰੇਜਡ, ਨਿਰਉਤਸ਼ਾਹਿਤ, ਉਤਸ਼ਾਹ ਦਾ ਉਲਟਾ, ਕਰੇਜ ਉਤਸ਼ਾਹ, ਡਿਸਕਰੇਜ ਨਿਰਉਤਸ਼ਾਹ। ਡਿਸਅਪੁਆਇੰਟਡ, ਨਿਰਾਸ਼। ਡਿਸਅਪੁਆਇੰਟਡ ਦਾ ਕੀ ਬਣਿਆ? ਨਿਰਾਸ਼। ਚਲੋ ਜੀ। ਨੰਬਰ 5 ਡੈਮੇਜ ਵੀ ਲੈਸਨ 'ਚ ਕਈ ਵਾਰ ਵਰਤਿਆ ਗਿਆ। ਜਦੋਂ ਵੀ ਟੈਂਕਸ ਦਾ ਨੁਕਸਾਨ ਹੁੰਦਾ, ਡੈਮੇਜ ਹੁੰਦਾ, ਟੈਂਕਸ ਲਪਟਾਂ ਅੱਗ ਲੱਗਦੀ ਹੈ ਤਾਂ ਡੈਮੇਜ ਦਾ ਵਰਡ ਯੂਜ਼ ਕੀਤਾ ਗਿਆ ਲੈਸਨ ਦੇ ਦੌਰਾਨ। ਟੂ ਹਾਰਮ ਔਰ ਟੂ ਕਾਜ਼ ਲਾਸ, ਨੁਕਸਾਨ ਪਹੁੰਚਾਉਣਾ ਜਾਂ ਟੂ ਕਾਜ਼ ਲਾਸ, ਉਹ ਵੀ ਉਹਦਾ ਮਤਲਬ ਵੀ ਸੇਮ ਹੀ ਹੈ, ਨੁਕਸਾਨ ਪਹੁੰਚਾਉਣਾ। ਸਮੋਕਿੰਗ ਕੈਨ ਡੈਮੇਜ ਯੋਰ ਹੈਲਥ ਵੈਰੀ ਬੈਡਲੀ। ਸਮੋਕਿੰਗ, ਬੀੜੀ ਪੀਣਾ, ਸਿਗਰਟ ਪੀਣਾ, ਧੂਮਰਪਾਨ ਤੁਹਾਡੀ ਸਿਹਤ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾ ਸਕਦਾ ਹੈ, ਬੁਰੀ ਤਰ੍ਹਾਂ ਨੁਕਸਾਨ ਪਹੁੰਚਾ ਸਕਦਾ ਹੈ। ਕੈਨ ਡੈਮੇਜ ਯੋਰ ਹੈਲਥ ਵੈਰੀ ਬੈਡਲੀ, ਬੁਰੀ ਤਰ੍ਹਾਂ। ਪੋਸਥੋਮਸਲੀ ਵੀ ਲੈਸਨ ਦੇ ਦੌਰਾਨ ਇਸਤੇਮਾਲ ਹੋਇਆ। ਇਹ ਉਦੋਂ ਇਸਤੇਮਾਲ ਹੋਇਆ ਸੀ ਜਦੋਂ ਆਪਾਂ ਪਰਮਵੀਰ ਚੱਕਰ ਦੀ ਗੱਲ ਕੀਤੀ ਸੀ, ਕਿਉਂਕਿ ਅਬਦੁਲ ਹਮੀਦ ਜੰਗ ਦੇ ਦੌਰਾਨ ਸ਼ਹੀਦ ਹੋ ਗਏ ਸਨ। ਇਸ ਕਰਕੇ ਜੋ ਉਹਨਾਂ ਨੂੰ ਬਹਾਦਰੀ ਦਾ ਪੁਰਸਕਾਰ ਮਿਲਿਆ ਸੀ, ਉਹ ਮਰਨ ਤੋਂ ਬਾਅਦ ਪੋਸਥੋਮਸਲੀ ਦਿੱਤਾ ਗਿਆ ਸੀ। ਹਵਲਦਾਰ ਅਬਦੁਲ ਹਮੀਦ ਵਾਜ਼ ਆਨਰਡ ਪੋਸਥੋਮਸਲੀ ਫॉर ਹਿਸ ਬਰੇਵਰੀ। ਅਬਦੁਲ ਹਮੀਦ ਨੂੰ ਮਰਨ ਉਪਰੰਤ ਉਹਦੀ ਬਹਾਦਰੀ ਵਾਸਤੇ ਸਨਮਾਨਿਤ ਕੀਤਾ ਗਿਆ। ਆਨਰਡ ਦਾ ਮਤਲਬ ਸਨਮਾਨਿਤ। ਸੋ ਇੱਥੇ ਕੁਛ ਔਖੇ ਸ਼ਬਦ ਫਿਰ ਤੁਸੀਂ ਦੇਖ ਸਕਦੇ ਹੋ ਤੇ ਨੋਟ ਕਰ ਸਕਦੇ ਹੋ। ਆਓ ਬੱਚਿਓ ਅੱਗੇ ਇਸ ਚੈਪਟਰ ਦੇ ਆਪਾਂ ਕੁਐਸਚਨ ਆਨਸਰਸ ਕਰੀਏ। ਇਹ ਕਾਫੀ ਇੰਪੋਰਟੈਂਟ ਨੇ ਤੇ ਜਦੋਂ ਵੀ ਤੁਹਾਡੇ ਐਗਜ਼ਾਮਸ 'ਚ, ਤੁਹਾਡੇ ਪੇਪਰਾਂ 'ਚ ਆਉਣਗੇ ਤਾਂ ਇਹਨਾਂ ਨੂੰ ਤੁਸੀਂ ਅੱਛੀ ਤਰ੍ਹਾਂ ਸਮਝ ਕੇ ਕਰਨਾ ਤੇ ਕਾਫੀ ਇੰਪੋਰਟੈਂਟ ਹੈ। ਕੁਐਸਚਨ ਨੰਬਰ 1, ਹੂ ਵਾਜ਼ ਅਬਦੁਲ ਹਮੀਦ। ਇਸ ਦਾ ਤੁਸੀਂ ਜਦੋਂ ਪੰਜਾਬੀ ਬਣਾਓਗੇ ਤਾਂ ਮੈਨੂੰ ਲੱਗਦਾ ਹੁਣ ਇਹ ਲੈਸਨ ਪੜ੍ਹਨ ਤੋਂ ਅੱਛੀ ਤਰ੍ਹਾਂ ਬਣਾ ਸਕੋਗੇ। ਚਲੋ ਫਿਰ ਵੀ ਮੈਂ ਤੁਹਾਨੂੰ ਦੱਸਦਾ, ਹੂ ਵਾਜ਼ ਅਬਦੁਲ ਹਮੀਦ। ਅਬਦੁਲ ਹਮੀਦ ਕੌਣ ਸੀ? ਅਬਦੁਲ ਹਮੀਦ ਕੌਣ ਸੀ? ਤੇ ਇਸ ਦਾ ਜਵਾਬ ਆਨਸਰ, ਹੀ ਵਾਜ਼ ਅ ਕੰਪਨੀ ਕੁਆਟਰ ਮਾਸਟਰ ਹਵਲਦਾਰ ਇਨ ਦ ਇੰਡੀਅਨ ਆਰਮੀ। ਉਹ ਭਾਰਤੀ ਸੈਨਾ ਵਿੱਚ ਕੰਪਨੀ ਕੁਆਟਰ ਮਾਸਟਰ ਹਵਲਦਾਰ ਸੀ। ਅਗਲਾ ਪ੍ਰਸ਼ਨ, ਕੁਐਸਚਨ ਨੰਬਰ 2, ਵਿਚ ਸੈਕਟਰ ਵਾਜ਼ ਹੀ ਫਾਈਟਿੰਗ ਇਨ। ਉਹ ਕਿਸ ਸੈਕਟਰ ਵਿੱਚ ਲੜ ਰਿਹਾ ਸੀ? ਹੀ ਵਾਜ਼ ਫਾਈਟਿੰਗ ਇਨ ਖੇਮਕਰਨ ਸੈਕਟਰ ਆਫ ਇੰਡੀਆ।
ਬਿਲਕੁਲ ਇਹ ਜੋ ਲਾਈਨ ਹੈ ਤੁਹਾਡੇ ਚੈਪਟਰ ਤੋਂ ਲਿੱਤੀ ਗਈ ਹੈ, ਉਹ ਕਿੱਥੇ ਲੜ ਰਿਹਾ ਸੀ? ਖੇਮਕਰਨ ਸੈਕਟਰ, ਜੋ ਕਿ ਭਾਰਤ ਵਿੱਚ ਸਥਿਤ ਹੈ। ਵੇਅਰ ਇਜ਼ ਦ ਵਿਲੇਜ ਨੇਮ ਚੀਮਾ ਸਿਚੁਏਟਡ? ਚੀਮਾ ਨਾਮਕ ਜੋ ਪਿੰਡ ਹੈ ਉਹ ਕਿੱਥੇ ਸਥਿਤ ਹੈ? ਸਿਚੁਏਟਡ ਮਤਲਬ ਸਥਿਤ ਹੋਣਾ। ਚੀਮਾ ਵਿਲੇਜ ਇਜ਼ ਸਿਚੁਏਟਡ ਔਨ ਦ ਬਾਰਡਰ in the Khemkaran sector of India. प्रश्न नंबर 4, what sort of tanks did Pakistan have? पाकिस्तान कोल किस तरह के टैंक सन? इसका जवाब की बनेगा? पाकिस्तान हैड पैटर्न टैंक्स, जो कि उस वेले के बहुत ही मशहूर टैंक सन। पैटर्न टैंक्स पाकिस्तान की सेना विच पैटर्न टैंक्स सी। पाकिस्तान हैड व्हाट? पाकिस्तान हैड पैटर्न टैंक्स। आओ अगे वधिए। What made the Indian soldiers happy? Indian soldiers ਭਾਰਤੀ ਸਿਪਾਹੀਆਂ ਨੂੰ किस चीज़ ने बहुत खुश किया? The destruction, destruction का मतलब है तबाह करना। The destruction of the Pakistani tanks made the soldiers happy. पाकिस्तानी टैंकों के तबाह होने नाल जो भारतीय सैनिक सी वो बड़े ही खुश हुए। जिमें ही अब्दुल हमीद ने अपनी स्पैशल गन नाल पाकिस्तानी टैंक ਨੂੰ ਹਿੱਟ ਕੀਤਾ ਸੀ ਤਾਂ ਆਪਾਂ ਲੈਸਨ ਵਿੱਚ ਪੜ੍ਹਿਆ, ਉਹ ਬਹੁਤ ਖੁਸ਼ ਹੋਏ ਸੀ। ਪ੍ਰਸ਼ਨ ਨੰਬਰ 6, ਹਾਊ ਡਿਡ ਹਮੀਦ ਡਿਸਟਰੋਏ ਦ ਟੈਂਕਸ? ਐਨੀਮੀ ਟੈਂਕਸ। ਉਸਨੇ ਦੁਸ਼ਮਣ ਦੇ ਟੈਂਕ ਕਿਵੇਂ ਬਰਬਾਦ ਕੀਤੇ? ਅਬਦੁਲ ਹਮੀਦ ਡਿਸਟਰੋਇਡ ਪਾਕਿਸਤਾਨੀ ਟੈਂਕਸ ਵਿਦ ਹਿਸ ਸਪੈਸ਼ਲ ਗਨ। ਅਬਦੁਲ ਹਮੀਦ ਨੇ ਪਾਕਿਸਤਾਨੀ ਟੈਂਕ ਆਪਣੀ ਸਪੈਸ਼ਲ ਗਨ ਨਾਲ ਤਬਾਹ ਕੀਤੇ, ਬਰਬਾਦ ਕੀਤੇ। ਅਬਦੁਲ ਹਮੀਦ ਡਿਸਟਰੋਇਡ Pakistani tanks with his special gun. Question number 7, how did Hamid fight the enemy and what happened to him? ये दो क्वेश्चंस का एक क्वेश्चन बनाया गया बच्चों। How did Hamid fight the enemy? Hamid ने दुश्मन नाल किवें लड़िया and what happened to him? अते उस नाल की होया, की वापरिया? इसका जवाब की बनेगा? He fought bravely, वो बड़ी बहादुरी नाल लड़िया। एंड ही डाइड फॉर हिज कंट्री, अते अपने देश वास्ते शहीद हो गया। ही वॉज अवॉर्डेड परमवीर चक्र पोस्थोमसली, तो उसनों मरण उपरांत परमवीर चक्र दिता गया। क्वेश्चन नंबर 8, हाउ वॉज हमीद ऑनर्ड फॉर हिज ब्रेवरी? हमीद नूं उसकी बहादुरी करके कारण किवें सन्मानित किया गया? He was awarded the परमवीर चक्र posthumously, उसनों मरण उपरांत परमवीर चक्र दिता गया। His name was awarded always be remembered by the people of his country, उसका नाम उसके देश के नागरिकों वालों हमेशा याद किया जाएगा। His village has been named Hamidtam after his name, उसके पिंड का नाम बदल के हमीदताम, उसकी याद विच हमीदताम रखा गया। तो वैसे तो मैं ये कहांगा कि जे क्वेश्चन आंदा है तो तुसी इस विच पूरा आंसर लिखियो, ये काफ़ी इंप्रैसिव लगेगा तो तुहानू मतलब ठीक नंबर, वधिया नंबर मिलणगे। पर फिर भी जे तुसी ये सारा आंसर नहीं याद कर सकते तो इसका जवाब सिर्फ एक पहली लाइन भी हो सकता है, जिमें कि हाउ वॉज हमीद ऑनर्ड फॉर हिज ब्रेवरी, ही वॉज अवॉर्डेड द परमवीर चक्र पोस्थोमसली। इस नाल भी थोनू एग्जाम्स का मार्क्स मिल जाएंगे, पर फिर भी ये पूरा आंसर लिखना मैं तुहानू कहांगा कि तुसी अच्छी मेहनत करो तो पूरा आंसर उत्थे लिख के आओ। प्रश्न नंबर 9, क्वेश्चन नंबर 9, हाउ डिड यू फील अबाउट अब्दुल हमीद आफ्टर रीडिंग द स्टोरी ऑफ हिज ब्रेवरी? तुहानू अब्दुल हमीद बारे किवें महसूस हुंदा है उसदे बहादुरी की कहानी सुनन तो बाद, रीडिंग पढ़न तो बाद? ही वॉज अ ब्रेव सोल्जर, वो एक बहादुर सिपाही सी। वी फील प्राउड ऑफ हिम, सानू उस ते माण है। प्राउड का मतलब, प्राउड का की मतलब बने? माण होना। ही वॉज अ ब्रेव सोल्जर, ही वॉज अ वेरी ब्रेव सोल्जर, वी फील प्राउड ऑफ हिम। तो इस वाली क्वेश्चन आंसर जो प्रश्न तक ने खत्म होंगे ने। तो अगला जो एक्सरसाइज है वो फिल इन द ब्लैंक्स है। तो इत्थे तुहानू हर एक फिलअप के नाल 3 ऑप्शनस दित्तियां गई ने। तो इस विच जो ऑप्शन हाईलाइट ते अंडरलाइन की गई है ये उसका सही जवाब है, परंतु ये सारे जो है अपने लैसन वाले संबंधित ने। तो 3 ऑप्शनस जो सही आंसर है वो अंडरलाइन किया गया है।
ਤੇ ਨਾਲ ਇਹਨੂੰ ਡਾਰਕ ਵੀ ਕੀਤਾ ਗਿਆ, ਬੋਲਡ ਵੀ ਕੀਤਾ ਗਿਆ। Hamid could hit the tanks with his gun if he wanted to, but he waited because he did not want to waste his shots। ਇਹ ਜੋ ਲਾਈਨ ਹੈ ਇਹ ਬਿਲਕੁਲ ਹੀ ਲੈਸਨ ਵਿੱਚੋਂ ਲਈ ਗਈ ਹੈ ਤੇ ਆਪਾਂ ਇਹਨੂੰ ਪਹਿਲਾਂ ਵੀ ਡਿਸਕਸ ਕੀਤਾ ਹੈ ਕਿ ਉਹ ਜਦੋਂ ਟੈਂਕਸ ਥੋੜੀ ਦੂਰ ਸੀ ਉਦੋਂ ਵੀ ਉਹਨਾਂ ਨੂੰ ਅੱਛੀ ਤਰ੍ਹਾਂ ਹਿੱਟ ਕਰ ਸਕਦਾ ਸੀ, ਪਰ ਉਸਨੇ ਇੰਤਜ਼ਾਰ ਕਰਨਾ ਪਸੰਦ ਕੀਤਾ ਤਾਂ ਕਿ ਟੈਂਕਸ ਨੇੜੇ ਆ ਸਕਣ ਤੇ ਉਹ ਉਹਨਾਂ ਨੂੰ, ਕਿਉਂਕਿ ਉਹ ਆਪਣਾ ਨਿਸ਼ਾਨਾ ਵੇਸਟ ਨਹੀਂ ਕਰਨਾ ਚਾਹੁੰਦਾ ਸੀ। ਫਿਲਪ ਨੰਬਰ 2, Hamid was the biggest enemy because Hamid ਉਹਨਾਂ ਦਾ ਸਭ ਤੋਂ ਵੱਡਾ ਦੁਸ਼ਮਣ ਸੀ। ਕਿਉਂ? ਇਹ ਵੀ ਆਪਾਂ ਲੈਸਨ 'ਚ ਪੜ੍ਹਿਆ। he was destroying the tanks, ਕਿਉਂਕਿ ਉਹਨਾਂ ਦੇ ਇੱਕ ਕਰਕੇ ਉਹਨਾਂ ਦੇ ਜੋ ਟੈਂਕ ਸੀ ਉਹਨਾਂ ਨੂੰ ਬਰਬਾਦ ਕਰ ਰਿਹਾ ਸੀ। ਸੋ his soldiers loved him, he was a brave soldier। ਇਹ ਸਭ ਗਲਤ ਨੇ। ਜੋ ਸੀ ਹੈ ਜੋ ਕਿ ਅੰਡਰਲਾਈਨ ਤੇ ਬੋਲਡ ਕੀਤਾ ਹੋਇਆ, ਡਾਰਕ ਕੀਤਾ ਹੋਇਆ, ਇਹ ਅਸਲੀ ਜਵਾਬ ਹੈ। Hamid could shoot a bird at night guided by its sound because he was a crack shot। Hamid ਕਿਸੇ ਵੀ ਪੰਛੀ ਨੂੰ ਰਾਤ ਨੂੰ ਸਿਰਫ ਉਹਦੀ ਆਵਾਜ਼ ਸੁਣ ਕੇ ਨਿਸ਼ਾਨਾ ਕਿਉਂ ਲਗਾ ਸਕਦਾ ਸੀ? ਕਿਉਂਕਿ ਉਹ ਬਹੁਤ ਅੱਛਾ ਨਿਸ਼ਾਨਚੀ ਸੀ, ਨਾ ਕਿ he did not like birds। ਉਸਨੂੰ ਬਰਡਸ ਪਸੰਦ ਨਹੀਂ ਸਨ। he loved shooting at night, ਉਹਨੂੰ ਰਾਤ ਨੂੰ ਸ਼ੂਟਿੰਗ ਕਰਨਾ ਪਸੰਦ। ਇਹ ਸਿਰਫ ਇਹ ਗਲਤ ਆਨਸਰ ਨੇ। ਜੋ ਅਸਲੀ ਜਵਾਬ ਹੈ ਉਹ ਹੈ ਕਿਉਂਕਿ ਉਹ ਬਹੁਤ ਹੀ ਅੱਛਾ ਨਿਸ਼ਾਨਚੀ ਸੀ। he was a crack shot। Though Hamid was wounded badly, he wanted his soldiers। ਭਾਵੇਂ ਹਾਮਿਦ ਬੁਰੀ ਤਰ੍ਹਾਂ ਜ਼ਖਮੀ ਸੀ, he wanted his soldiers, ਉਹ ਚਾਹੁੰਦਾ ਸੀ ਕਿ ਉਸਦੇ ਸਿਪਾਹੀ ਕੀ ਕਰਨ? to reach ਚੀਮੇ ਪਹੁੰਚ ਜਾਣ, ਗਲਤ ਜਵਾਬ। to remember his name, ਉਹਦਾ ਨਾਮ ਯਾਦ ਰੱਖਣ, ਗਲਤ ਜਵਾਬ। to fight on, ਇਹ ਆਪਸ਼ਨ to fight on, ਕਿ ਉਹ ਅੱਗੇ ਵੱਧਦੇ ਰਹਿਣ ਤੇ ਅੱਗੇ ਲੜਦੇ ਰਹਿਣ ਅਤੇ ਜਿੱਤ ਹਾਸਲ ਕਰਨ। ਸੋ ਜੋ ਇਹ ਹੈ ਇਹ ਸਹੀ ਜਵਾਬ ਹੈ। ਆਓ ਅੱਗੇ ਵਧੀਏ। ਜੋ ਨੈਕਸਟ ਐਕਸਰਸਾਈਜ਼ ਹੈ ਉਹ ਵੀ ਫਿਲਅਪਸੀ ਨੇ ਵੈਸੇ, ਤੇ ਕੰਪਲੀਟ ਸੈਂਟੈਂਸ ਕੰਪਲੀਟ ਕਰਨਾ ਆਪਾਂ, ਤੇ ਇਹਦੇ ਵੀ ਤੁਹਾਨੂੰ ਆਨਸਰ ਨਾਲ ਹੀ ਦਿੱਤੇ ਹੋਏ ਨੇ। ਮੈਂ ਸਿਰਫ ਇਹ ਜੋ ਲਾਈਨਸ ਨੇ ਉਹ ਤੁਹਾਨੂੰ ਪੜ੍ਹ ਕੇ ਸੁਣਾਊਂਗਾ। ਇਹ ਵੀ ਆਪਾਂ ਕਈ ਵਾਰ ਡਿਸਕਸ ਕਰ ਚੁੱਕੇ ਹਾਂ ਲੈਸਨ ਦੇ ਦੌਰਾਨ। ਅਬਦੁਲ ਹਮੀਦ ਵਾਜ਼ ਅਵਾਰਡਡ ਵਾਟ? ਪਰਮਵੀਰ ਚੱਕਰ ਫॉर ਹਿਸ ਬਰੇਵਰੀ। ਅਬਦੁਲ ਹਮੀਦ ਨੂੰ ਕੀ ਦਿੱਤਾ ਗਿਆ ਸੀ? ਪਰਮਵੀਰ ਚੱਕਰ। ਕਿਸ ਵਾਸਤੇ ਦਿੱਤਾ ਗਿਆ ਸੀ? ਬਹਾਦਰੀ ਵਾਸਤੇ। ਅਬਦੁਲ ਹਮੀਦ ਵਾਜ਼ ਅਵਾਰਡਡ ਪਰਮਵੀਰ ਚੱਕਰ ਫॉर ਹਿਸ ਬਰੇਵਰੀ। ਨੰਬਰ 2, one shell of enemy hit Abdul Hamid while he was destroying the enemy tanks। ਇਹ ਵੀ ਸਿੰਪਲ ਹੈ। The Pakistani army had got Patton tanks। ਪਾਕਿਸਤਾਨੀ ਆਰਮੀ ਕੋਲ ਕੀ ਸੀ? They have got Patton tanks। Abdul Hamid died fighting for his country in the Khemkaran sector। Abdul Hamid died fighting for his country in the Khemkaran sector। The war between India and Pakistan was fought in 1965। The war between India and Pakistan was fought in 1965। ਭਾਰਤ ਅਤੇ ਪਾਕਿਸਤਾਨ ਵਿੱਚ ਯੁੱਧ ਕਦੋਂ ਲੜਿਆ ਗਿਆ ਸੀ? 1965 1965 ਚ। ਸੋ ਅਗਲੀ ਐਕਸਰਸਾਈਜ਼ ਮੈਚ ਦ ਕਾਲਮਸ ਹੈ। ਇਹ ਆਪੋਜ਼ਿਟ ਜੋ ਇਹ ਵਰਡਸ ਨੇ ਇਹਨਾਂ ਦੇ ਆਪੋਜ਼ਿਟ ਵਰਡਸ ਸਾਹਮਣੇ ਦਿੱਤੇ ਗਏ ਨੇ, ਜੰਬਲਡ ਮਿਕਸ ਕੀਤੇ ਹੋਏ ਨੇ, ਤੇ ਆਪਾਂ ਅਸੀਂ ਇਹਨਾਂ ਨੂੰ ਮੈਚ ਕਰਨਾ ਹੈ। ਠੀਕ ਹੈ, ਇਹਨੂੰ ਸੋਲਵ ਕਰਕੇ ਇਹ ਆਨਸਰਸ ਇਹਦੇ ਸਾਹਮਣੇ ਦਿੱਤੇ ਗਏ ਨੇ। ਤੁਸੀਂ ਇਸ ਤੋਂ ਇਹਨੂੰ ਪੜ੍ਹ ਸਕਦੇ ਹੋ ਤੇ ਇਸ ਨੂੰ ਨੋਟ ਕਰਕੇ ਯਾਦ ਕਰ ਸਕਦੇ ਹੋ। ਫਾਰ ਦਾ ਉਲਟ ਕੀ ਹੈ? ਆਪੋਜ਼ਿਟ ਕੀ ਹੈ? ਨੀਅਰ। ਡਾਈ ਦਾ ਲਿਵ, ਡਾਈ ਮਤਲਬ ਮਰਨਾ, ਲਿਵ ਮਤਲਬ ਜਿਉਣਾ। ਫਾਰ ਮਤਲਬ ਦੂਰ, ਨੀਅਰ ਮਤਲਬ ਨੇੜੇ। ਫਾਲ ਮਤਲਬ ਡਿੱਗਣਾ, ਗਿਰਨਾ, ਤੇ ਰਾਈਜ਼ ਮਤਲਬ ਉੱਠਣਾ। ਵਾਰ ਮਤਲਬ ਜੰਗ ਤੇ ਪੀਸ ਮਤਲਬ ਸ਼ਾਂਤੀ, ਉਲਟ ਹੈ ਬਿਲਕੁਲ। ਡਾਊਨ ਮਤਲਬ ਨੀਚੇ ਤੇ ਇਸ ਦੇ ਉਲਟ ਬਿਲਕੁਲ ਅਪ, ਉੱਪਰ। ਬਰੇਵ ਆਪਾਂ ਇਸ 'ਚ ਕਈ ਵਾਰ ਲੈਸਨ 'ਚ ਆਪਾਂ ਡਿਸਕਸ ਕੀਤਾ। ਅਬਦੁਲ ਹਮੀਦ ਵਾਜ਼ ਅ ਬਰੇਵ ਸੋਲਜਰ, ਬਹਾਦਰ। ਤੇ ਬਹਾਦਰ ਦਾ ਉਲਟਾ ਕਾਵਰਡਲੀ, ਕਾਵਰਡ ਮਤਲਬ ਡਰਪੋਕ। ਅਗਲਾ ਬਿਗੈਸਟ ਮਤਲਬ ਬਿਗੈਸਟ ਸਭ ਤੋਂ ਵੱਡਾ, ਬਿਗ ਮਤਲਬ ਵੱਡਾ ਤੇ ਬਿਗੈਸਟ ਸਭ ਤੋਂ ਵੱਡਾ, ਸਮੋਲੈਸਟ ਸਭ ਤੋਂ ਛੋਟਾ। ਅਗਲਾ ਸ਼ਬਦ ਹੈ ਫਾਰਵਰਡ ਦਾ ਮਤਲਬ ਅੱਗੇ ਤੇ ਇਸ ਦਾ ਆਪੋਜ਼ਿਟ ਬਿਲਕੁਲ ਉਲਟ ਕੀ ਹੋਇਆ? ਬੈਕਵਰਡ ਮਤਲਬ ਪਿੱਛੇ। ਅਗਲਾ ਸ਼ਬਦ ਹੈ ਡੇਂਜਰਸ ਮਤਲਬ ਖਤਰਨਾਕ। ਇਹ ਕਿੱਥੇ ਯੂਜ਼ ਹੋਇਆ ਸੀ? ਜਦੋਂ ਟੈਂਕਸ ਦੀ ਗੱਲ ਹੋ ਰਹੀ ਸੀ। ਪਾਕਿਸਤਾਨੀ ਟੈਂਕਸ ਵਰ ਵੈਰੀ ਪਾਵਰਫੁਲ ਐਂਡ ਡੇਂਜਰਸ, ਤੇ ਇਸ ਦੇ ਉਲਟ ਬਿਲਕੁਲ ਸੇਫ, ਜੋ ਕਿ ਡੇਂਜਰਸ ਨਾ ਹੋਵੇ, ਸੇਫ। ਇਸ ਦੇ ਨਾਲ ਹੀ ਅਗਲੀ ਐਕਸਰਸਾਈਜ਼ ਹੈ ਮੈਚ ਦ ਕਾਲਮਸ। ਇਹ ਵਿਦ ਦੇਅਰ ਮੀਨਿੰਗਸ, ਜੋ ਇਹ ਵਰਡਸ ਨੇ ਇਹ ਇਹਨਾਂ ਦੇ ਮੀਨਿੰਗਸ ਨੇ
ਤੇ ਉਲਟ ਪੁਲਟ ਜੰਬਲ ਕਰਕੇ ਲਿਖੇ ਹੋਏ ਨੇ। ਇਹ ਮੈਚ ਦ ਕਾਲਮਸ ਹੀ ਹੈ ਵੈਸੇ, ਪਰ ਇਹ ਮੀਨਿੰਗਸ ਹੈ ਨਾ ਕਿ ਆਪੋਜ਼ਿਟ। ਜਿਵੇਂ ਕਿ ਪਹਿਲੀ ਐਕਸਰਸਾਈਜ਼ ਸੀ ਇਸ ਵਿੱਚ ਆਪੋਜ਼ਿਟਸ ਨੇ ਤੇ ਇਸ ਦੇ ਉਲਟ ਬਿਲਕੁਲ ਇਹ ਇਹਨਾਂ ਦੇ ਮੀਨਿੰਗਸ ਨੇ। ਸੋ ਇਸ ਐਕਸਰਸਾਈਜ਼ ਨੂੰ ਇੱਥੇ ਸੋਲਵ ਕਰਕੇ ਤੁਹਾਡੇ ਸਾਹਮਣੇ ਰੱਖਿਆ ਗਿਆ। ਓਬੇ ਮੈਨੇ ਹੁੰਦਾ ਪਾਲਣਾ ਕਰਨਾ, ਜੋ ਕਿ ਦੱਸਿਆ ਗਿਆ ਇੱਥੇ ਟੂ ਡੂ ਐਜ਼ ਟੋਲਡ ਟੂ ਡੂ, ਜਿੱਦਾਂ ਕਿਹਾ ਜਾਵੇ ਉੱਦਾਂ ਕਰਨ ਵਾਲੇ ਨੂੰ ਕੀ ਕਹਿੰਦੇ ਆ, ਓਬੇ ਕਰਨਾ। ਤੇ ਅਗਲਾ ਸ਼ਬਦ ਹੈ ਅਫਰੇਡ ਮਤਲਬ ਡਰਿਆ ਹੋਣਾ, ਫੀਲਿੰਗ ਫੀਅਰ। ਜਦੋਂ ਡਰ ਦੀ ਤੁਹਾਨੂੰ ਫੀਲਿੰਗ ਹੁੰਦੀ ਹੈ ਡੈਟ ਇਜ਼ ਕਾਲਡ ਅਫਰੇਡ। ਅਵਾਰਡ ਦਾ ਮਤਲਬ ਹੁੰਦਾ ਪ੍ਰਾਈਜ਼, ਇਨਾਮ, ਜੋ ਕਿ ਸਾਹਮਣੇ ਪ੍ਰਾਈਜ਼ ਹੀ ਲਿਖਿਆ ਹੋਇਆ। ਉਸ ਤੋਂ ਅਗਲਾ ਸ਼ਬਦ ਹੈ ਸਪੈਸ਼ਲ ਸਿੰਪਲ ਵਰਡ ਹੈ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜੋ ਆਰਡੀਨਰੀ, ਜੋ ਆਮ ਨਾ ਹੋਵੇ, ਖਾਸ। ਬਾਰਡਰ ਦਾ ਮਤਲਬ ਹੈ ਲਾਈਨ ਡਿਵਾਈਡਿੰਗ ਟੂ ਕੰਟਰੀਜ਼, ਰੇਖਾ ਜੋ ਕਿ ਦੋ ਦੇਸ਼ਾਂ ਨੂੰ, ਦੋ ਮੁਲਕਾਂ ਨੂੰ ਅਲੱਗ ਕਰੇ, ਬਾਰਡਰ। ਤੇ ਇਸ ਤੋਂ ਅਗਲਾ ਸ਼ਬਦ ਹੈ ਸੋਲਜਰ ਘੱਟੋ ਘੱਟ 10 ਵਾਰ ਆਪਾਂ ਲੈਸਨ ਦੌਰਾਨ ਡਿਸਕਸ ਕੀਤਾ। ਅਬਦੁਲ ਹਮੀਦ ਇੱਕ ਬਹਾਦਰ ਸੋਲਜਰ ਸੀ। ਸੋਲਜਰ ਮਤਲਬ ਮੈਂਬਰ ਆਫ ਐਨ ਆਰਮੀ, ਕਿਸੇ ਵੀ ਆਰਮੀ ਦਾ ਹਿੱਸਾ ਹੋਣਾ, ਸਿਪਾਹੀ। ਡੈਮੇਜ ਕਾਜ਼ ਹਾਰਮ, ਕਿਸੇ ਨੂੰ ਨੁਕਸਾਨ ਪਹੁੰਚਾਉਣਾ। ਪੋਸਥੋਮਸਲੀ ਹੈਪਨਿੰਗ ਆਫਟਰ ਡੈਥ, ਮਰਨ ਤੋਂ ਬਾਅਦ। ਪੋਸਥੋਮਸਲੀ ਹੈਪਨਿੰਗ ਆਫਟਰ ਡੈਥ, ਮਰਨ ਤੋਂ ਬਾਅਦ ਜੋ ਕੋਈ ਚੀਜ਼ ਹੁੰਦੀ ਹੈ ਉਸਨੂੰ ਪੋਸਥੋਮਸਲੀ ਕਿਹਾ ਜਾਂਦਾ। ਇਹ ਵੀ ਫਿਲਪਸੀ ਹੈ ਤੇ ਇਹਦੇ ਆਨਸਰ ਸਾਹਮਣੇ ਦਿੱਤੇ ਗਏ। ਤੁਹਾਨੂੰ ਜੇ ਆਪਸ਼ਨਸ ਦਿੱਤੀਆਂ ਨੇ ਬਿਲਕੁਲ ਇਹ ਉਲਟ ਪੁਲਟ ਕਰਕੇ ਨੇ, ਤੇ ਇਸ ਨੂੰ ਬਿਲਕੁਲ ਸਾਹਮਣੇ ਇੱਕ 'ਚ ਕੀ ਆਏਗਾ, ਅ ਮਸ਼ੀਨ ਗਨ। ਦੂਜਾ ਅ ਡੈਸ਼ ਟੈਂਕ, ਅ ਪਾਵਰਫੁਲ ਟੈਂਕ। तीसरा अ डैश शॉट, अ क्रैक शॉट, अब्दुल हमीद। चौथा अ डैश अवार्ड, पॉस्थमस अवार्ड। पंजवां अ डैश सोल्जर, ब्रेव सोल्जर। सो ये बड़ी ही सिंपल एक्सरसाइज है, मैनू नहीं लगता इस तुहानू कोई दिक्कत आएगी। तुसीं लैसन बिल्कुल कई बार ते ध्यान नाल पढ़िया तो ये जे ये पेपर जाता तो बहुत ही सौखे नंबर ने ते बहुत ईजी है। चलो अगे बढ़ते हैं। ये हुण फिलअप्स ही हैं। एक्सरसाइज फिल इन द ब्लैंक सिलेक्टिंग वर्ड्स फ्रॉम द फॉलोइंग। ये वर्ड्स दिते हैं तो इन्हों चो सिलेक्ट करके तुसीं फिलअप्स भरने है। फिलअप्स ही है पर एक पैराग्राफ के रूप च है, ये लाइन्स नहीं है, पूरा पैराग्राफ है। तो इस थोड़ी जी प्रॉब्लम है कि जो फिलअप्स हैं वो ये 9 है, 1 2 3 4 5 6 7 8 9, तो जो वर्ड्स हैं वो 8 ही दिते हैं। तो थोड़ा जहा इस कमी है, पर फिर भी थोड़ा नीचे जो है तो ये 9 वर्ड्स के आंसर्स दिते हुए हैं। सो मैं आंसर्स ਨੂੰ ਇੱਥੇ ਫਿਲ ਕਰਕੇ ਹੀ ਤੁਹਾਡੇ ਵਾਸਤੇ ਇਹ ਪੈਰਾਗ੍ਰਾਫ ਪੜ੍ਹਦਾ ਤੇ ਤੁਹਾਨੂੰ ਈਜ਼ੀਲੀ ਸਮਝ ਆ ਜਾਏਗਾ। ਵਾਰ ਇਜ਼ ਰੀਅਲੀ ਅ ਡੈਸ਼, ਵਾਰ ਇਜ਼ ਰੀਅਲੀ ਅ ਕਰਸ ਕੀ ਹੁੰਦਾ, ਸ਼ਰਾਪ। ਵਾਰ ਇੱਕ ਸ਼ਰਾਪ ਹੀ ਹੈ ਕਿਉਂਕਿ ਇਸ 'ਚ ਨੁਕਸਾਨ ਹੁੰਦਾ ਜਾਨ ਦਾ, ਮਾਲ ਦਾ, ਇਸ ਕਰਕੇ ਵਾਰ ਕੋਈ ਅੱਛੀ ਚੀਜ਼ ਨਹੀਂ ਹੈ, ਉਸਨੂੰ ਸ਼ਰਾਪ ਹੀ ਮੰਨਿਆ ਜਾਂਦਾ ਹੈ। ਔਨ ਰਿਸੀਵਿੰਗ ਦ ਆਰਡਰਸ ਦ ਟਰੂਪਸ ਹੈਵ ਟੂ ਮਾਰਚ ਡੈਸ਼ ਫਾਰਵਰਡ। They have to carry a lot of war material with them. This material includes dash comma dash shells and guns. They have to carry a lot of war material. ਉਹਨਾਂ ਨੂੰ ਕਾਫੀ ਯੁੱਧ ਨਾਲ ਸੰਬੰਧਿਤ ਸਮੱਗਰੀ ਕੈਰੀ ਨਾਲ ਚੁੱਕਣੀ ਪੈਂਦੀ ਹੈ। This material includes, ਉਸ ਮਟੀਰੀਅਲ ਵਿੱਚ ਕੀ ਕੁਛ ਹੁੰਦਾ ਹੈ, shells, ਕਾਰਤੂਸ ਤੇ ਬੰਦੂਕਾਂ, and a lot of other equipment, ਤੇ ਕਾਫੀ ਹੋਰ ਤਰ੍ਹਾਂ ਦੇ ਸਮਾਨ। ਦ ਬੈਟਲਫੀਲਡ ਇਜ਼ ਦ ਗ੍ਰੇਟ ਸੀਨ ਆਫ ਡੈਸ਼ ਐਂਡ ਡੈਸ਼। ਜੋ ਯੁੱਧ ਦਾ ਮੈਦਾਨ ਹੈ ਉਹ ਇੱਕ ਬਹੁਤ ਹੀ ਸੀਨ ਹੁੰਦਾ ਹੈ ਕਿਸ ਚੀਜ਼ ਦਾ, ਡੈਸ਼ ਐਂਡ ਡੈਸ਼, ਫਾਇਰ ਐਂਡ ਫਲੇਮਸ, ਅੱਗ ਅਤੇ ਭਾਂਬੜਾਂ ਦਾ ਇੱਕ ਸੀਨ ਬਣਦਾ ਉੱਥੇ, ਐਵਰੀਵੇਅਰ, ਹਰ ਪਾਸੇ। ਦ ਡਿਫੀਟਿਡ ਡੈਸ਼ ਲੂਜ਼ਿਜ਼ ਗਰਾਊਂਡ, ਦ ਡਿਫੀਟਿਡ ਵਾਟ, ਆਰਮੀ, ਦ ਡਿਫੀਟਿਡ ਆਰਮੀ ਲੂਜ਼ਿਜ਼ ਗਰਾਊਂਡ, ਹਾਰੀ ਹੋਈ ਫੌਜ, ਹਾਰੀ ਹੋਈ ਸੈਨਾ ਆਪਣੀ ਜ਼ਮੀਨ ਹਾਰ ਜਾਂਦੀ ਹੈ। ਐਂਡ ਸਫਰਸ ਡੈਸ਼ ਲੌਸਿਸ, ਅਤੇ ਡੈਸ਼ ਲੌਸਿਸ, ਹਿਊਜ ਮਤਲਬ ਵੱਡਾ, ਅਤੇ ਉਹਨਾਂ ਨੂੰ ਬਹੁਤ ਵੱਡੇ ਨੁਕਸਾਨ ਹੁੰਦੇ ਹਨ। ਦ ਗਨ ਫਾਇਰ ਗੋਜ਼ ਅਨਅਬੇਟਿਡ ਟਿਲ ਦ ਡੈਸ਼ ਫॉर ਸੀਜ਼ ਫਾਇਰ ਅਰਾਈਵਸ। ਅਤੇ ਜੋ ਗਨ ਫਾਇਰ ਹੈ, ਜੋ ਬੰਦੂਕ ਹੈ ਉਹ ਚੱਲਦੀ ਰਹਿੰਦੀ ਹੈ ਜਦ ਤੱਕ ਕਿ ਆਰਡਰਸ ਆਫ ਸੀਜ਼ ਫਾਇਰ ਹੁੰਦਾ ਹੈ ਮਤਲਬ ਜੰਗ ਨੂੰ ਰੋਕਣ ਦੇ ਹੁਕਮ, ਜਦ ਤੱਕ ਜੰਗ ਨੂੰ ਰੋਕਣ ਦੇ ਹੁਕਮ ਨਹੀਂ ਆਉਂਦੇ ਉਦੋਂ ਤੱਕ ਜੰਗ ਜਾਰੀ ਰਹਿੰਦੀ ਹੈ। ਸੋ ਇਹ ਵੀ ਬਿਲਕੁਲ ਜੋ ਲੈਸਨ ਦੇ ਨਾਲ ਸੰਬੰਧਿਤ ਹੀ ਪੈਰਾਗ੍ਰਾਫ ਹੈ ਅਤੇ ਇਹ ਵੀ ਤੁਸੀਂ ਅੱਛੀ ਤਰ੍ਹਾਂ ਲਿਖ ਕੇ ਯਾਦ ਕਰੋ। ਇਸ ਵਿੱਚ ਵੀ ਤੁਹਾਨੂੰ ਕਾਫੀ ਨਵੇਂ ਸ਼ਬਦ ਪੜ੍ਹਨ ਨੂੰ ਸੁਣਨ ਨੂੰ ਮਿਲੇ ਅਤੇ ਇਸ ਕਰਕੇ ਮੈਂ ਆਸ ਕਰਦਾ ਕਿ ਇਸ ਨਾਲ ਤੁਹਾਡੀ ਇੰਗਲਿਸ਼ ਕਾਫੀ ਅੱਛੀ ਹੋ ਜਾਏਗੀ। एक छोटी जी एक्सरसाइज है, कंप्लीट द टेबल फॉर ब्लैंक फॉर्म्स ऑफ वर्ब। प्रेजेंट, पास्ट, पार्टिसिपल तुसीं पहला पढ़िया होया,
ठीक है। तो इस ਤੁਹਾਨੂੰ ਇਹ ਇੱਕ ਵਰਡ ਦਿੱਤਾ ਹੈ ਪ੍ਰੈਜ਼ੈਂਟ ਸਿਟ, ਤੇ ਉਸਦੇ ਤੁਸੀਂ ਦੋਨੋਂ ਫਾਰਮਸ ਜੋ ਅਗਲੀਆਂ ਨੇ ਇੱਥੇ ਲਿਖਣੀਆਂ ਨੇ। ਜਿੱਥੇ ਇਹ ਦਿੱਤੀ ਹੈ ਤਾਂ ਪਹਿਲੀ ਤੇ ਅਗਲੀ ਫਾਰਮ ਲਿਖਣੀ ਹੈ, ਤੇ ਇਸ ਨੂੰ ਸੋਲਵ ਕਰਕੇ ਇੱਥੇ ਸਾਹਮਣੇ ਦਿੱਤਾ ਗਿਆ। ਠੀਕ ਹੈ। ਨੰਬਰ 1 ਜੋ ਵਰਡ ਹੈ ਸਿਟ, ਸਿਟ ਸੈਟ ਸੈਟ। ਤੇ ਨੰਬਰ 2 ਹੈ ਡੂ, ਡਿਡ ਹੈ, ਡਿਡ ਤੋਂ ਪਹਿਲਾਂ ਆਏਗਾ ਡੂ ਐਂਡ ਉਸ ਤੋਂ ਬਾਅਦ ਡਨ। ਨੰਬਰ 3 ਗੋ, ਵੈਂਟ, ਗੋਨ। ਨੰਬਰ 4 ਹਿੱਟ, ਹਿੱਟ, ਹਿੱਟ। ਹਿੱਟ ਹੈ, ਹਿੱਟ ਦੀ ਜੋ ਤਿੰਨੋਂ ਫਾਰਮਸ ਆ ਉਹ ਸੇਮ ਹੁੰਦੀਆਂ ਨੇ, ਬਿਲਕੁਲ ਤੁਹਾਨੂੰ ਯਾਦ ਕਰਨ ਵਾਲੀ ਗੱਲ ਹੈ। ਤੇ ਹਿੱਟ ਦੇ ਜੋ ਪ੍ਰੈਜ਼ੈਂਟ, ਪਾਸਟ ਤੇ ਪਾਸਟ ਪਾਰਟੀਸਿਪਲ ਜੋ ਹੈ ਸੇਮ ਹੈ। ਅਗਲਾ ਨੰਬਰ 5 फाइट, फॉट, फॉट। डाई, डाइड एंड डाइड। सो इस तरह ये जो एक्सरसाइज है ये भी बड़ी आसान एक्सरसाइज है, पर तुहानूं बार बार याद करनी, क्योंकि ये तुहाडी अगे जाके इंग्लिश बोलने ते इंग्लिश लिखने च बड़ी काम देगी। इस करके जो ये फॉर्म्स ने वर्ब दियाँ ये तुहानूं बहुत ही अच्छी तरह आनियां चाहिए। हुण अगला जो है ग्रामर, टेंसिस। ये तो टेंसिस असीं पहलां ही पढ़े होंगे और ये सिर्फ थोड़ी रिवीजन है, इस करके मैं तुहानूं वी हैव 3 मेन टेंसिस इन इंग्लिश। इंग्लिश विच 3 तरह के मुख्य टेंस नूं की कहांगे, काल, भूतकाल, भविष्यकाल टेंसिस होंगे। ठीक है। ईच टेंस कैन हैव 4 डिफरेंट फॉर्म्स। हर टेंस नूं 4 भागां विच वंडिया जा सकता है। तो टेंस का नाम दिता गया, तो ये उसके लक्षण ने कि किस तरह की जो वर्ब है वो किस तरह का यूज़ होंदा है, तो उसकी एग्जाम्पल है, सारे सामने एग्जाम्पल दी गई है। प्रेजेंट इंडेफिनिट, जिमें कि इसके मतलब तो पता लगता, प्रेजेंट मतलब की कहांगे भूत, भविख ते वर्तमान। प्रेजेंट मतलब वर्तमान, तो इंडेफिनिट, डेफिनिट मतलब होंदा है जो पक्की चीज़ होवे, इंडेफिनिट जो पक्का ना होवे। जिमें कि एग्जाम्पल तो पता लगता, ही राइट्स अ लेटर, वो चिट्ठी लिखता है, वो चिट्ठी लिख रहा है या लिख चुका है या चिट्ठी लिख गया, इस तो पता नहीं लगता। इस करके की बन गया प्रेजेंट इंडेफिनिट, कोई चीज़ डेफिनिट नहीं है। ठीक है। वैसे डेफिनेशन तुसीं पहलां ही पढ़ी होंगी क्लास च, इत्थे सिर्फ आप उसनूं रिवाइज करांगे तो जो इहदे सामने एग्जाम्पल्स दित्तियां ने वो डिस्कस करांगे। प्रेजेंट कॉन्टीन्यूअस, कॉन्टीन्यूअस तो की भाव है, कोई चीज़ जो चल रही है। ठीक है। ही इज़ राइटिंग अ लेटर, वो चिट्ठी लिख रहा है, इस तो की पता लगता है वो चिट्ठी लिखी जा रही है जी। ठीक है। यह कॉन्टीन्यूस। अगे आ गया प्रेजेंट परफेक्ट। प्रेजेंट परफेक्ट जो इंडेफिनिट है उसका उलट है बिल्कुल। इस तो ये पढ़न तो बिल्कुल पता लगता है कि कोई चीज़ हो चुकी है या कोई चीज़, मतलब परफेक्ट का मतलब है कि डेफिनिट। ठीक है। ही हैज़ रिटन अ लेटर, उसने ये जो उसने चिट्ठी लिखी है, इस तो श्योर है, मतलब इनडेफिनेट नहीं है, ये श्योर है कि उसने चिट्ठी लिखी है। चिट्ठी किसने लिखी है? उसने लिखी है। प्रेजेंट परफेक्ट कॉन्टीन्यूअस, ही शैल हैव रिटन अ लेटर, उसने, ये प्रेजेंट परफेक्ट कॉन्टीन्यूअस है। उस विच आपां नूं विल शैल प्लस हैव प्लस रिटन, मतलब राइट, रिटन, रिटन जो तीजी फॉर्म इस यूज़ होगी। ठीक है। इसी तरह जो पास्ट, भूतकाल, वो भी इंडेफिनिट, कॉन्टीन्यूअस, परफेक्ट ते परफेक्ट कॉन्टीन्यूअस है। तो उसके जो लक्षण ने वो तुहानूं ब्रैकेट दिते गए हैं, तो उसकी एग्जाम्पल सामने दी गई। ही रोट अ लैटर, उसने चिट्ठी लिखी। कॉन्टीन्यूअस, वो चिट्ठी लिख रहा सी। ही वॉज राइटिंग अ लैटर, वो चिट्ठी लिख रहा सी, वो एक चिट्ठी लिख रहा सी। पास्ट परफेक्ट, ही हैड रिटन, वो चिट्ठी लिख चुका है। पास्ट परफेक्ट कॉन्टीन्यूअस, ही हैड बीन राइटिंग अ लेटर। फ्यूचर इंडेफिनिट, अगला फ्यूचर भविष्यकाल, फ्यूचर इंडेफिनिट। जो ये टाइप्स ने, ये जो 4 पार्ट्स ने वो सेम है बिल्कुल, जिस तरह इतने इंडेफिनिट, कॉन्टीन्यूअस, परफेक्ट ते परफेक्ट कॉन्टीन्यूअस है। तो जो इन्हों दे जो फ्यूचर इंडेफिनिट है उत्थे विल शैल यूज़ होएगा, तो फर्स्ट फॉर्म होएगी यूज़, ही विल राइट अ लेटर, वो चिट्ठी लिखेगा। फ्यूचर कॉन्टीन्यूअस विल शैल दे नाल बी ते राइटिंग, मतलब फ्यूचर कॉन्टीन्यूअस विल शैल ते जो वर्ब के नाल ING यूज़ होएगा। ही विल बी राइटिंग, वो चिट्ठी लिखेगा, ही विल बी राइटिंग अ लेटर। फ्यूचर परफेक्ट उसी तरह इंडेफिनिट का उल्टा, इस बिल्कुल सटीक, बिल्कुल पक्की गल बारे जो
ਕਿਰਿਆ ਉਸ ਬਾਰੇ ਪੱਕੀ ਗੱਲ ਕੀਤੀ ਜਾਂਦੀ ਹੈ। ਉਹਦੇ ਵਿੱਚ ਵਿਲ ਸ਼ੈਲ ਪਲੱਸ ਹੈਵ ਤੇ ਰਿਟਨ ਥਰਡ ਫਾਰਮ ਯੂਜ਼ ਹੋਈ। ਫਿਊਚਰ ਪਰਫੈਕਟ ਕੰਟੀਨਿਊਸ ਵਿਲ ਸ਼ੈਲ ਪਲੱਸ ਹੈਵ ਪਲੱਸ ਬੀਨ ਪਲੱਸ ਰਾਈਟਿੰਗ ਵਰਬ ਪਲੱਸ ING। ਠੀਕ, ਬਾਕੀ ਇਹਦੇ ਬਾਰੇ ਤੁਹਾਨੂੰ ਜਦੋਂ ਗ੍ਰਾਮਰ ਦੀ ਕਲਾਸ ਹੋਏਗੀ ਉਸ 'ਚ ਦੁਬਾਰਾ ਡਿਟੇਲ 'ਚ ਪੜ੍ਹਾਵਾਂਗੇ। ਵੈਸੇ ਜੋ ਇਹ ਬੇਸਿਕ ਟੈਂਸਿਸ ਨੇ ਇਹ ਤੁਸੀਂ ਪਿਛਲੀ ਕਲਾਸਾਂ 'ਚ ਵੀ ਪੜ੍ਹੇ ਹੋਣਗੇ, ਪਰ ਫਿਰ ਵੀ ਜਦੋਂ ਗ੍ਰਾਮਰ ਦੀ ਕਲਾਸ ਵਿੱਚ ਤੁਹਾਨੂੰ ਇਹ ਡਿਟੇਲ ਵਿੱਚ ਪੜ੍ਹਾਇਆ ਜਾਏਗਾ। ਹੁਣ ਵਾਕ ਕਿੰਨੇ ਤਰ੍ਹਾਂ ਦੇ ਹੁੰਦੇ ਹਨ? ਹਾਊ ਮੈਨੀ ਕਾइंड ऑफ sentences ਆਰ देयर आर actually 4 kind of sentences. Assertive, an assertive sentence may be affirmative or negative. assertive sentence ਹੁੰਦਾ ਹੈ ਉਹ ਜਾਂ ਤਾਂ affirmative ਮਤਲਬ ਉਹ ਹਾਂ ਵਾਦੀ ਹੋ ਸਕਦਾ ਹੈ ਜਾਂ negative ਨਾ ਵਾਦੀ ਹੋ ਸਕਦਾ ਹੈ। negative ਹੋ ਸਕਦਾ ਹੈ ਜਿਵੇਂ ਕਿ ਐਗਜ਼ਾਮਪਲ she goes to school daily, ਉਹ ਰੋਜ਼ ਸਕੂਲ ਜਾਂਦੀ ਹੈ। ਇਹ ਹਾਂ ਚ ਹੈ ਮਤਲਬ ਹਾਂ ਹੈ ਉਹ ਰੋਜ਼ ਸਕੂਲ ਜਾਂਦੀ ਹੈ। he does not go to school daily, ਉਹ ਰੋਜ਼ ਸਕੂਲ ਨਹੀਂ ਜਾਂਦੀ, ਇਹਦੇ 'ਚ ਨੈਗੇਟਿਵ ਹੈ। ਸੋ ਜੋ ਐਜ਼ਰਟਿਵ ਸੈਂਟੈਂਸ ਹੈ ਉਹ ਦੋ ਤਰ੍ਹਾਂ ਦਾ ਹੁੰਦਾ ਹੈ, ਇੱਕ ਐਫਰਮੇਟਿਵ ਮਤਲਬ ਹਾਂ ਵਾਦੀ ਜਿਸ ਕਿਸੇ ਚੀਜ਼ ਬਾਰੇ ਹਾਂ ਪੋਜ਼ੀਟਿਵ ਗੱਲ ਕੀਤੀ ਜਾ ਰਹੀ ਹੈ, ਅਤੇ ਜਾਂ ਨੈਗੇਟਿਵ। ਦੋ ਤਰ੍ਹਾਂ ਦੇ ਐਜ਼ਰਟਿਵ ਸੈਂਟੈਂਸਿਸ ਹੋਣਗੇ। ਇਸ ਤੋਂ ਅੱਗੇ ਜੋ ਦੂਜੀ ਤਰ੍ਹਾਂ ਦੇ ਸੈਂਟੈਂਸਿਸ ਨੇ ਉਹ ਇੰਟੈਰੋਗੇਟਿਵ। ਇੰਟੈਰੋਗੇਟਿਵ ਨਾਮ ਤੋਂ ਹੀ ਪਤਾ ਲੱਗਦਾ ਕਿ ਇਹਦੇ 'ਚ ਆਪਾਂ ਕਿਸੇ ਤੋਂ ਕੋਈ ਪ੍ਰਸ਼ਨ ਕਰ ਰਹੇ ਹਾਂ, ਅਤੇ ਇਹਨਾਂ ਦੇ ਇਹ ਜੇ ਸੈਂਟੈਂਸ ਦਾ ਇੱਕ ਮੁੱਖ ਲੱਛਣ ਹੈ ਕਿ ਇਹਦੇ ਪਿੱਛੇ ਤੁਹਾਨੂੰ ਕੁਐਸਚਨ ਮਾਰਕ ਮਿਲੇਗਾ। ਅਤੇ ਇਹਦੀਆਂ ਐਗਜ਼ਾਮਪਲਸ ਤੁਹਾਨੂੰ ਤੋਂ ਦਿੱਤੀਆਂ ਗਈਆਂ। ਡਸ ਸ਼ੀ ਗੋਜ਼ ਟੂ ਸਕੂਲ, ਕੀ ਉਹ ਸਕੂਲ ਜਾਂਦੀ ਹੈ। ਵੇਅਰ ਇਜ਼ ਸ਼ੀ ਗੋਇੰਗ, ਉਹ ਕਿੱਥੇ ਜਾ ਰਹੀ ਹੈ। ठीक है, तो इंटरोगेटिव सेंटेंस a sentence in which we ask a question। ਤੇ ਦੋ ਤੁਹਾਨੂੰ ਐਗਜ਼ਾਮਪਲਸ ਦਿੱਤੀਆਂ ਗਈਆਂ ਨੇ, ਇਹਨਾਂ ਨੂੰ ਧਿਆਨ ਨਾਲ ਤੁਸੀਂ ਦੇਖ ਸਕਦੇ ਹੋ। ਅਗਲੀ ਤਰ੍ਹਾਂ ਦਾ ਤੀਜੀ ਤਰ੍ਹਾਂ ਦਾ ਜੋ ਸੈਂਟੈਂਸ ਹੈ ਇੰਪੈਰੇਟਿਵ। ਐਨ ਇੰਪੈਰੇਟਿਵ ਸੈਂਟੈਂਸ ਇੰਡੀਕੇਟ ਸਮ ਰਿਕੁਐਸਟ, ਵਿਸ਼, ਪ੍ਰੇਅਰ ਔਰ ਆਰਡਰ। ਜੋ ਇਸ ਤਰ੍ਹਾਂ ਦਾ ਵਾਕ ਹੈ ਉਹਦੇ ਵਿੱਚ ਤੁਸੀਂ ਜਾਂ ਤਾਂ ਦਰਖਾਸਤ ਕਰਦੇ ਹੋ ਰਿਕੁਐਸਟ, ਵਿਸ਼ ਜਾਂ ਆਪਣੀ ਇੱਛਾ ਜ਼ਾਹਰ ਕਰਦੇ ਹੋ, ਪ੍ਰੇਅਰ ਜਾਂ ਕੋਈ ਰਿਕੁਐਸਟ, ਪ੍ਰੇਅਰ ਦਾ ਮਤਲਬ ਰਿਕੁਐਸਟ ਹੀ ਹੈ, ਜਾਂ ਕੋਈ ਹੁਕਮ ਦਿੰਦੇ ਹੋ, ਆਰਡਰ ਕਰਦੇ ਹੋ। ਇਹ ਇਸ ਤਰ੍ਹਾਂ ਦੇ ਸੈਂਟੈਂਸਿਸ ਨੂੰ ਇੰਪੈਰੇਟਿਵ ਸੈਂਟੈਂਸਿਸ ਕਿਹਾ ਜਾਂਦਾ ਹੈ। ਅਤੇ ਇਹਦੀ ਐਗਜ਼ਾਮਪਲਸ ਇਹਦੇ ਜੋ ਨੀਚੇ ਦਿੱਤੀਆਂ ਗਈਆਂ ਨੇ। ਸਵਿਚ ਔਨ ਦ ਲਾਈਟਸ, ਲਾਈਟ ਔਨ ਕਰ ਦਿਓ, ਸਵਿਚ ਔਨ ਦ ਲਾਈਟਸ। ਇੱਥੇ ਤੁਹਾਨੂੰ ਤੁਸੀਂ ਕਿਸੇ ਨੂੰ ਰਿਕੁਐਸਟ ਕਰ ਰਹੇ ਹੋ। ਆਲਵੇਜ਼ ਟੈਲ ਦ ਟਰੂਥ, ਆਲਵੇਜ਼ ਟੈਲ ਦ ਟਰੂਥ, ਹਮੇਸ਼ਾ ਸੱਚ ਬੋਲੋ, ਇਹ ਤੁਸੀਂ ਵਿਸ਼ ਕਰ ਰਹੇ ਹੋ। ਠੀਕ ਹੈ, ਇਸ ਕਰਕੇ ਇਸੇ ਤਰ੍ਹਾਂ ਜੇ ਤੁਸੀਂ ਕਿਸੇ ਨੂੰ ਆਰਡਰ ਕਰਦੇ ਹੋ ਜਾਂ ਪ੍ਰੇਅਰ ਕਰਦੇ ਹੋ ਤਾਂ ਉਹ ਸਾਰੇ ਤਰ੍ਹਾਂ ਦੇ ਵਾਕ ਜੋ ਹੈ ਇੰਪੈਰੇਟਿਵ ਸੈਂਟੈਂਸਿਸ ਦਾ ਖੋਲਦੇ ਨੇ। ਅਗਲਾ ਜੋ ਹੈ ਐਕਸਕਲੇਮੇਟਰੀ, ਇਹ 3-4 ਵਾਰ ਆਪਣੇ ਜੋ ਲੈਸਨ 'ਚ ਯੂਜ਼ ਹੋਇਆ। ਐਕਸਕਲੇਮੇਟਰੀ ਜਦੋਂ ਅਚੰਭਿਤ ਹੋ ਕੇ ਬੱਚਿਆਂ ਨੇ ਉਹਦੀ ਬਹਾਦਰੀ ਬਾਰੇ, ਅਬਦੁਲ ਹਮੀਦ ਦੀ ਬਹਾਦਰੀ ਬਾਰੇ ਗੱਲ ਕੀਤੀ ਸੀ, ਤਾਂ ਉਦੋਂ ਪਿੱਛੇ ਆਪਾਂ ਨੂੰ ਐਕਸਕਲੇਮੇਸ਼ਨ ਸਾਈਨ, ਸੈਂਟੈਂਸ 'ਤੇ ਐਕਸਕਲੇਮੇਸ਼ਨ ਸਾਈਨ ਦਿਖਿਆ ਸੀ। ਇਹ ਜਿਵੇਂ ਕਿ ਇੰਟੈਰੋਗੇਟਿਵ ਦੇ ਪਿੱਛੇ ਆਪਾਂ ਨੂੰ ਕੁਐਸਚਨ ਮਾਰਕ ਦਿਖਾਈ ਦਿੰਦਾ, ਐਕਸਕਲੇਮੇਟਰੀ ਸੈਂਟੈਂਸਿਸ ਦੇ ਪਿੱਛੇ ਆਪਾਂ ਨੂੰ ਐਕਸਕਲੇਮੇਟਰੀ ਸਾਈਨ ਦਿਖਾਈ ਦੇਗਾ। ਐਨ ਐਕਸਕਲੇਮੇਟਰੀ ਸੈਂਟੈਂਸ ਐਕਸਪ੍ਰੈਸਿਸ ਸਮ ਸਡਨ ਇਮੋਸ਼ਨ ਆਫ ਸਰਪ੍ਰਾਈਜ਼, ਜੋਏ, ਸੋਰੋ ਐਕਸੈਟਰਾ। ਇਹ ਜੋ ਸੈਂਟੈਂਸਿਸ ਨੇ ਇਹ ਕੀ ਐਕਸਪ੍ਰੈਸ ਕਰਦੀਆਂ, ਕੀ ਜ਼ਾਹਰ ਕਰਦੀਆਂ? ਸਡਨ ਮਤਲਬ ਅਚਾਨਕ ਕਿਸੇ ਭਾਵਨਾ ਨੂੰ, ਸਰਪ੍ਰਾਈਜ਼ ਜਾਂ ਤਾਂ ਅਚੰਭਤ ਹੋਣਾ, ਜਾਂ ਜੋਏ ਖੁਸ਼ ਹੋਣਾ, ਜਾਂ ਗਮੀ ਸੌਰੋ, ਜਾਂ ਇਸ ਤਰ੍ਹਾਂ ਦੇ ਕੋਈ ਹੋਰ ਜੋ ਭਾਵਨਾਵਾਂ ਨੇ ਜਦੋਂ ਅਚਾਨਕ ਉਹ ਕਿ ਵਿਅਕਤ ਕਰਨੀਆਂ ਹੁੰਦੀਆਂ ਨੇ ਤਾਂ ਆਪਾਂ ਇਸ ਤਰ੍ਹਾਂ ਦੇ ਸੈਂਟੈਂਸਿਸ ਯੂਜ਼ ਕਰਦੇ ਹਾਂ, ਅਤੇ ਇਹਨਾਂ ਦੇ ਪਿੱਛੇ ਐਕਸਕਲੇਮੇਟਰੀ ਸਾਈਨ ਲਗਾਇਆ ਜਾਂਦਾ ਹੈ। ਐਗਜ਼ਾਮਪਲਸ ਤੁਸੀਂ ਦੇਖ ਸਕਦੇ ਹੋ। ਵਾਟ ਅ ਲਵਲੀ ਰੋਜ਼ ਇਟ ਇਜ਼, ਕਿੰਨਾ ਸੋਹਣਾ ਗੁਲਾਬ ਹੈ। ਅਤੇ ਦੂਜੀ ਸੈਂਟੈਂਸ, ਹਾਊ ਬਰੇਵ ਅਬਦੁਲ ਹਮੀਦ ਵਾਜ਼, ਅਬਦੁਲ ਹਮੀਦ ਕਿੰਨਾ ਬਹਾਦਰ ਸੀ। ਸੋ ਇਹ ਦੋਨੇ ਜੋ ਨੇ ਐਕਸਕਲੇਮੇਟਰੀ ਸੈਂਟੈਂਸਿਸ ਦੀ ਐਗਜ਼ਾਮਪਲਸ ਨੇ। ਤੁਹਾਨੂੰ ਇਹ ਪੜ੍ਹਨ ਤੋਂ ਵੀ ਲੱਗ ਰਿਹਾ ਹੋਏਗਾ ਕਿ ਇਸ ਵਿੱਚ ਖੁਸ਼ੀ ਜਾਂ ਕੋਈ ਇਮੋਸ਼ਨ ਜ਼ਾਹਰ ਕੀਤਾ ਜਾ ਰਿਹਾ। ਰਾਈਟ 2 sentences of your own for each of the above kinds। ਜਿਹਦੇ ਉੱਪਰ ਤੁਹਾਨੂੰ ਪਿਛਲੀ ਐਕਸਰਸਾਈਜ਼ ਵਿੱਚ ਐਜ਼ਰਟਿਵ, ਇੰਟੈਰੋਗੇਟਿਵ, ਇੰਪੈਰੇਟਿਵ ਅਤੇ ਐਕਸਕਲੇਮੇਟਰੀ 3 ਤਰ੍ਹਾਂ ਦੇ ਸੈਂਟੈਂਸਿਸ ਨੂੰ ਤੁਸੀਂ ਆਪਣੇ ਕੋਲੋਂ 2-2 ਸੈਂਟੈਂਸਿਸ ਬਣਾ ਕੇ ਲਿਖਣੇ। ਇਸ ਤੋਂ ਇਲਾਵਾ ਇਸ ਤੋਂ ਇਲਾਵਾ ਵੀ 2-2 ਸੈਂਟੈਂਸਿਸ ਆਪਣੇ ਕੋਲੋਂ ਬਣਾ ਕੇ ਲਿਖਣੇ, ਪਰ ਤੁਹਾਡੇ ਰੈਫਰੈਂਸ ਵਾਸਤੇ, ਤੁਹਾਡੀ ਮਦਦ ਵਾਸਤੇ 2-2 ਸੈਂਟੈਂਸਿਸ ਪਹਿਲਾਂ ਹੀ ਬਣਾਏ ਗਏ ਨੇ। ਇਹ ਐਫਰਮੇਟਿਵ ਹੈ, ਪੋਜ਼ੀਟਿਵ ਅਤੇ ਨੈਗੇਟਿਵ। ਇੰਟੈਰੋਗੇਟਿਵ ਦੇ 2 ਆਪਸ਼ਨਸ ਨੇ ਤੁਹਾਡੇ ਕੋਲ। ਐਫਰਮੇਟਿਵ 'ਚ ਆਪਾਂ ਪੜ੍ਹਾਂਗੇ ਹੀ ਹੈਲਪਸ ਦ ਪੂਅਰ, ਉਹ ਗਰੀਬ ਦੀ ਮਦਦ ਕਰਦਾ ਹੈ, ਗਰੀਬਾਂ ਦੀ ਮਦਦ ਕਰਦਾ ਹੈ। ਰਾਮ ਡਜ਼ ਨਾਟ ਟੈਲ ਅ ਲਾਈ, ਰਾਮ ਝੂਠ ਨਹੀਂ ਬੋਲਦਾ।
सो ए पॉजिटिव है तो राम डज नॉट टेल लाई, ए नेगेटिव है। उस तो अगला 3 ਤੇ 4 एग्जाम्पल जो है वो इंटैरोगेटिव दी है। इंटैरोगेटिव का अंत जो है वो क्वेश्चन मार्क के साइन नाल होएगा तो वो प्रश्नवाचक होएगा। डू यू लाइक स्वीट्स, की तुहानू मिठाइयाँ पसंद हैं। नंबर 4 हु इज़ हैल्पिंग यू, तुहाडी मदद कौन कर रहा है। सो ये दोनों प्रश्न ने, इस करके ये इंटैरोगेटिव सेंटेंस की कैटेगरी फॉल करेंगे। इस तो अगला डू नॉट स्मोक, ये तुसी सलाह दे रहे हो किसी को। सो ये सॉरी ये एजर्टिव है, इंपैरेटिव, एजर्टिव इंपैरेटिव। तो 5 नंबर डू नॉट स्मोक, डू नॉट स्मोक मतलब तुसी सलाह दे रहे हो। तो नेवर टेल लाई, कभी झूठ ना बोलो, ये भी तुसी सलाह दे रहे हो। तो 7 ਤੇ 8 नंबर जो सेंटेंसिस ने ये एक्सक्लेमेटरी सेंटेंसिस के एग्जाम्पल्स ने। वॉट अ ब्यूटीफुल पिक्चर, पहला ਆਪਾਂ रोज़ बारे गल कर रहे थे, ਹੁਣ किसी तस्वीर वाले बारे गल की जा रही है। तो मे गॉड ब्लैस यू, रब ਤੁਹਾਨੂੰ ब्लैस करे। आओ ओके बात है। कंपोजिशन राइटिंग, तुसी ये पैराग्राफ थोड़ी मदद वास्ते थोड़ू लिख के दिता गया, तो तुसी याद करके भी इस पैराग्राफ च की है। रिलेट इन योर ओन वर्ड्स द स्टोरी ऑफ अब्दुल हमीद ब्रेवरी, अपने शब्दों में लिखो की लिखना है अब्दुल हमीद की बहादुरी की कहानी। सो ये तुसी बार बार पढ़ के इसमें याद कर सकते हो। तो ये इस तरह का कुछ थोड़े पेपर चाहता है तो उत्थे लिख सकते हो। अब्दुल हमीद वॉज अ वैरी ब्रेव इंडियन सोल्जर, अब्दुल हमीद बहुत बहादुर भारतीय सिपाही सी। ही वॉज अ क्रैक शॉट, वो एक बहुत ही अच्छा निशानची सी। ही फॉट द पाकिस्तानी आर्मी इन द इंडो पाक वॉर ऑफ 1965, वो पाकिस्तानी फौज नाल भारत पाक दरम्यान होए 1965 के युद्ध विच लड़िया सी। ही फॉट इन खेमकरन सैक्टर, वो कित्थे लड़िया, वो खेमकरन सैक्टर विच लड़िया सी। सिटिंग इन हिज जीप, अपनी जीप विच बैठे ही हिट द एनिमी टैंक्स विद हिज शॉट्स, उसने दुश्मन के टैंकों को अपने निशाने का शिकार बनाया। विद ईच शॉट अ पैटर्न टैंक ऑफ एनिमी वेंट टू फ्लेम्स, हर एक निशाने नाल दुश्मन का एक पैटर्न टैंक नूं अग लग गई ते भांबड़ ते लपटां विच चला गया। ही डिस्ट्रॉयड 3 एनिमी टैंक्स वन आफ्टर द अदर, उसने एक तो बाद एक दुश्मन के 3 टैंक तबाह किए। दैन वन शैल ऑफ द एनिमी हिट हिज जीप एंड ही फैल डाउन, इस तो बाद दुश्मन का एक कारतूस उसकी जीप ते लगा अते ओह नीचे डिग पिया। ही वॉज बैडली वुंडेड, वो बुरी तरह जख्मी, वुंडेड जख्मी हो गया। But before he laid down his life to his country, he ordered his soldiers to march forward and fight bravely. परंतु इस तो पहला कि वह अपने मुल्क वास्ते शहीद हुंदा, उसने हुक्म अपने सिपाहियों नूं हुक्म दिता कि वो अगे वधन अते बहादुरी नाल लड़न। The enemy soldiers were afraid and they fled away. दुश्मन दे सिपाही डर गए अते उत्थों भज गए। अब्दुल हमीद was awarded the परमवीर चक्र posthumously. अब्दुल हमीद नूं परमवीर चक्र मरणोपरांत दिता गया। हिज विलेज वॉज नेम्ड हमीदतान इन हिज ऑनर, ते उसकी शान विच, उसकी सन्मान विच उसके पिंड का नाम हमीदतान रख दिता गया। सो ये नाल ही कंपोजिशन खत्म होती है। कंपोजिशन नंबर 2, इमैजिन यू आर रमेश, तुसी मनो कि तुसी रमेश हो। इमैजिन करो यू मीट राम सिंह अ सोल्जर फ्रॉम अब्दुल हमीद्स कंपनी, तुसी राम सिंह नूं मिलदे हो जो कि अब्दुल हमीद दी टुकड़ी विच सिपाही सी। राइट एन इमेजिनरी डायलॉग टू यू हैड विद राम सिंह, एक ख्याली डायलॉग, ख्याली वार्तालाप लिखो जो तुसी राम सिंह नाल कीता। रमेश जो कि इस केस तुसी बने हो। रमेश हेलो राम सिंह, राम सिंह हेलो रमेश। रमेश वेयर डिड यू फाइट अगेंस्ट द पाकिस्तानी आर्मी इन 1965, रमेश पूछता है कि तुसी 1965 का युद्ध कित्थे लड़िया। राम सिंह दसदा है, राम सिंह आई फॉट इन द खेमकरन सैक्टर ऑफ इंडिया, मैं खेमकरन भारत के खेमकरन सैक्टर विच लड़िया। रमेश हाउ मैनी पैटर्न टैंक्स डिड अब्दुल हमीद डिस्ट्रॉयड, अब्दुल हमीद ने किन्ने पैटर्न टैंक्स बर्बाद किए। राम सिंह जो कि उत्थे लड़िया सी अगे जवाब दिंदा है, ही डिस्ट्रॉयड 3 पैटर्न टैंक्स, उसने 3 पैटर्न टैंक डिस्ट्रॉय किए।
रमेश, what happened when enemy shell hit his jeep? ਜਦੋਂ ਦੁਸ਼ਮਣ ਦਾ ਕਾਰਤੂਸ ਉਸਦੀ ਜੀਪ ਤੇ ਲੱਗਾ ਉਸ ਤੋਂ ਬਾਅਦ ਕੀ ਹੋਇਆ? रमेश, राम सिंह, अब्दुल हमीद fell down because he was seriously wounded. अब्दुल हमीद नीचे डिग पिया क्योंकि वो बुरी तरह जख्मी होया सी. रमेश, what did he order his soldiers? उसने अपने सिपाहियों ਨੂੰ ਕੀ ਹੁਕਮ ਦਿੱਤੇ? राम सिंह, he ordered them to fight on. उसने हुक्म ਦਿੱਤੇ कि लड़ाई जारी रखन. रमेश, which award was given to him for his bravery? राम सिंह, he was awarded the परमवीर चक्र आफ्टर हिज डेथ. सो ये जो वार्तालाप है, जो कंपोजिशन है, जो डायलॉग है, इस पूरा का पूरा जो लैसन है उसनों कवर करता है. तो इमेजिनरी तुसी रमेश हो तो तुसी राम सिंह ਨੂੰ ਮਿਲਦੇ ਹੋ ਜੋ ਕਿ ਅਬਦੁਲ ਹਮੀਦ ਦੀ ਟੁਕੜੀ 'ਚ ਜਿਸਨੇ 1965 ਲੜਾਈ ਲੜੀ ਹੈ ਤੇ ਤੁਹਾਡੇ ਤੇ ਉਸ ਦੇ ਦਰਮਿਆਨ ਇਹ ਵਾਰਤਾਲਾਪ ਨੂੰ ਦੱਸਿਆ ਗਿਆ. ਸੋ ਇਸ ਨੂੰ ਬਹੁਤ ਹੀ ਅੱਛੀ ਤਰ੍ਹਾਂ ਪੜ੍ਹੋ, ਇਹ ਤੁਹਾਡੇ ਕੁਐਸਚਨ ਆਨਸਰ 'ਚ ਵੀ ਕੰਮ ਆਏਗਾ. ਚਲੋ ਓਕੇ ਬਾਤ. ਸੋ ਇਸ ਤੋਂ ਬਾਅਦ ਇਹ ਜੋ ਲੈਸਨ ਹੈ ਇਸ ਦਾ ਅੰਤ ਹੈ. ਥੈਂਕ ਯੂ. ਤੇ ਮੈਂ ਬਾਰ-ਬਾਰ ਫਿਰ ਤੁਹਾਨੂੰ ਇਹੀ ਕਹਾਂਗਾ ਕਿ ਇਸ ਜੋ ਜਿੰਨੇ ਵੀ ਔਖੇ ਸ਼ਬਦ ਹੈ ਲੈਸਨ ਨੂੰ ਬਾਰ-ਬਾਰ ਪੜ੍ਹੋ ਤੇ ਜਿੰਨੇ ਵੀ ਔਖੇ ਸ਼ਬਦ ਹੈ, ਕੁਐਸਚਨ ਆਨਸਰਸ ਹੈ, ਐਕਸਰਸਾਈਜ਼ਸ ਨੇ, ਇਸ ਨੂੰ ਆਪਣੇ ਕਾਪੀ ਤੇ ਲਿਖੋ ਤੇ ਬਾਰ-ਬਾਰ ਯਾਦ ਕਰੋ. ਧੰਨਵਾਦ.